ਜਦੋਂ ਅਸੀਂ ਸਰਵਿਸ ਕਰਨ ਦੇ ਉੱਤੇ ਆਉਂਦੇ ਹਾਂ ਤੇ ਮੈਂ ਪਹਿਲੇ ਨੰਬਰ ਦੇ ਉੱਤੇ ਤੁਹਾਡੇ ਸਾਰੇ ਸਟੂਡੈਂਟਸ ਦੇ ਨਾਲ ਆਪਣੀ ਗੱਲ ਸ਼ੇਅਰ ਕਰਾਂਗਾ ਰੈਫ੍ਰਿਜਰੇਟਰ ਤੋਂ, ਫ੍ਰਿਜ ਤੋਂ। ਤੇ ਪਹਿਲੇ ਨੰਬਰ ਦੇ ਉੱਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੱਕ ਜਿਹੜਾ ਫ੍ਰਿਜ ਹੈ ਉਸ ਦੇ ਬਾਰੇ ਸਾਨੂੰ ਸਟਾਰਟਿੰਗ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਕਿਸ ਚੀਜ਼ ਦੀ ਜਾਣਕਾਰੀ ਦਾ ਹੋਣਾ ਜ਼ਰੂਰੀ ਹੈ। ਸਾਨੂੰ ਪੂਰੀ ਨੌਲੇਜ ਚਾਹੀਦੀ ਹੈ ਉਸ ਦੀ ਇਲੈਕਟ੍ਰੀਕਲ ਸਿਸਟਮ ਬਾਰੇ। ਤੇ ਇਲੈਕਟ੍ਰੀਕਲ ਸਿਸਟਮ ਦੇ ਵਿੱਚ ਅਗਰ ਆਪਾਂ ਥੋੜ੍ਹਾ ਜਿਹਾ ਸਟੱਡੀ ਕਰੀਏ ਤੇ ਮੈਂ ਪਹਿਲੇ ਨੰਬਰ ਦੇ ਉੱਤੇ ਇਲੈਕਟ੍ਰੀਕਲ ਦੇ ਜਿਹੜੇ ਪਾਰਟਸ ਹੈ ਉਹਨਾਂ ਬਾਰੇ ਜਾਣਕਾਰੀ ਦੇਣੀ ਜ਼ਿਆਦਾ ਉਚਿਤ ਸਮਝਾਂਗਾ। ਸਾਡੇ ਰੈਫ੍ਰਿਜਰੇਟਰ ਦੇ ਵਿੱਚ ਸਭ ਤੋਂ ਜਿਹੜਾ ਅਹਿਮ ਪਾਰਟ ਹੈ ਜਿਸ ਦੇ ਬਾਰੇ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਦਾ ਨੇਮ ਆਫ ਦੈਟ ਪਾਰਟ ਇਜ਼ ਕੰਪਰੈਸਰ। ਤੇ ਉਸ ਕੰਪਰੈਸਰ ਨੂੰ ਆਪਰੇਟ ਕਰਨ ਵਾਸਤੇ ਸਾਡੇ ਕੋਲ ਇੱਕ ਰਿਲੇ ਹੈ, ਓਵਰਲੋਡ ਪ੍ਰੋਟੈਕਟਰ ਹੈ। ਉਸ ਤੋਂ ਇਲਾਵਾ ਅਗਰ ਰੈਫ੍ਰਿਜਰੇਟਰ ਦੇ ਅੰਦਰ ਜਾਂਦੇ ਹਾਂ ਤੇ ਉਸ ਦੇ ਅੰਦਰ ਇੱਕ ਥਰਮੋਸਟੈਟਿਕ ਸਵਿਚ ਲੱਗਿਆ ਹੋਇਆ ਹੈ, ਡੋਰ ਸਵਿਚ ਲੱਗਿਆ ਹੋਇਆ ਹੈ, ਬਲਬ ਲੱਗਿਆ ਹੋਇਆ ਹੈ। ਇਹ ਸਾਰੇ ਜਿਹੜੇ ਪਾਰਟਸ ਹੈ ਦੈਟ ਵਨ ਇਜ਼ ਆਲ ਰਿਲੇਟਡ ਵਿਦ ਦਾ ਇਲੈਕਟ੍ਰੀਕਲ ਪਾਰਟਸ। ਤੇ ਉਸ ਤੋਂ ਇਲਾਵਾ ਅਗਰ ਮਕੈਨੀਕਲ ਵਾਲੇ ਪਾਸੇ ਨੂੰ ਅਸੀਂ ਥੋੜ੍ਹਾ ਜਿਹਾ ਮੂਵ ਕਰਦੇ ਹਾਂ ਤੇ ਉਸ ਦੇ ਵਿੱਚ ਕਿਹੜੇ ਕਿਹੜੇ ਪਾਰਟਸ ਹੈ? ਕੰਪਰੈਸਰ, ਡਿਸਚਾਰਜ ਲਾਈਨ, ਕੰਡੈਂਸਰ, ਲਿਕੁਇਡ ਲਾਈਨ, ਡਰਾਇਰ, ਕੈਪਿਲਰੀ ਟਿਊਬ, ਇਵੈਪੋਰੇਟਰ ਤੇ ਅਕਮੂਲੇਟਰ, ਉਸ ਤੋਂ ਬਾਅਦ ਸਕਸ਼ਨ ਲਾਈਨ। ਹੁਣ ਆ ਗਿਆ ਕਿ ਸਰਵਿਸ ਆਫ ਰੈਫ੍ਰਿਜਰੇਟਰ, ਕਿ ਅਸੀਂ ਇੱਕ ਸਿਰਫ ਸਰਵਿਸ ਕਰਨੀ ਹੈ। ਸਰਵਿਸ ਮੀਨਸ ਸਾਫ਼ ਕਰਨਾ ਹੈ, ਉਸਨੂੰ ਧੋਣਾ ਹੈ, ਉਸਨੂੰ ਥੋੜ੍ਹਾ ਡਸਟ ਤੋਂ ਪਰੇ ਕਰਨਾ ਹੈ। ਸੋ ਇਸ ਦੇ ਵਾਸਤੇ ਸਾਡਾ ਦੁਨਿਆਵੀ ਫਰਜ਼ ਬਣਦਾ ਹੈ ਕਿ ਪਹਿਲੇ ਨੰਬਰ ਦੇ ਉੱਤੇ ਅਗਰ ਉਹ ਫਰੋਸਟ ਫ੍ਰੀ ਰੈਫ੍ਰਿਜਰੇਟਰ ਨਹੀਂ ਹੈ ਤੇ ਸਾਨੂੰ ਉਸ ਰੈਫ੍ਰਿਜਰੇਟਰ ਨੂੰ ਪੂਰੀ ਤਰ੍ਹਾਂ ਡੀਫਰੋਸਟ ਕਰਨਾ ਚਾਹੀਦਾ ਹੈ। ਤੇ ਉਸ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਸਾਡਾ ਦੁਨਿਆਵੀ ਮੇਨ ਫਰਜ਼ ਬਣਦਾ ਹੈ ਕਿ ਜਿਹੜਾ ਉਸ ਦਾ ਕੰਡੈਂਸਰ ਹੈ, ਮੰਨ ਲਓ ਕਿ ਕੰਡੈਂਸਰ ਇੱਦਾਂ ਦੀ ਜਗ੍ਹਾ ਦੇ ਉੱਤੇ ਹੈ ਜਿੱਥੇ ਬਹੁਤ ਹੀ ਡਸਟ ਪਾਰਟੀਕਲ ਹੈ, ਜਿੱਥੇ ਬਹੁਤ ਹੀ ਹੀਟ ਹੈ, ਜਿਹੜਾ ਕਿ ਰਸੋਈ ਦੇ ਕੋਲ ਹੈ ਜਾਂ ਕਿਸੇ ਭੱਠੀ ਦੇ ਕੋਲ ਹੈ ਜਾਂ ਕਿਸੇ ਹਲਵਾਈ ਦੇ ਕੋਲ ਇੱਦਾਂ ਦੀ ਜਗ੍ਹਾ ਦੇ ਉੱਤੇ ਹੈ ਜਿੱਥੇ ਕਿ ਵੀ ਉਹਦਾ ਟੈਂਪਰੇਚਰ ਜਿਹੜਾ ਹੈਗਾ ਇੱਕ ਤਾਂ ਆਪਣੇ ਆਪ ਦੇ ਵਿੱਚ ਗਰਮ ਹੈ, ਦੂਜੇ ਨੰਬਰ ਦੇ ਉੱਤੇ ਜਿਹੜਾ ਬਾਹਰ ਦਾ ਐਟਮੋਸਫੀਅਰਕ ਟੈਂਪਰੇਚਰ ਹੈ ਜਾਂ ਸਰਾਊਂਡਿੰਗ ਦਾ ਟੈਂਪਰੇਚਰ ਹੈ ਉਹ ਵੀ ਉਸ ਕੰਡੈਂਸਰ ਦੇ ਉੱਤੇ ਹਾਵੀ ਹੋ ਰਿਹਾ ਹੈ। ਉਸ ਦੇ ਕਰਕੇ ਕੀ ਹੋਏਗਾ ਕਿ ਉਹ ਕੰਡੈਂਸਰ ਦੇ ਜ਼ਿਆਦਾ ਗਰਮ ਦੇ ਨਾਲ ਸਾਡਾ ਜਿਹੜਾ ਕੂਲਿੰਗ ਦੇ ਉੱਤੇ ਪ੍ਰਭਾਵ ਜ਼ਿਆਦਾ ਹੋਏਗਾ, ਉਹ ਜ਼ਿਆਦਾ ਅੱਛੀ ਕੂਲਿੰਗ ਨਹੀਂ ਦੇਗਾ। ਅਤੇ ਜੇ ਕੂਲ ਕਰੇਗਾ ਅਤੇ ਉਹ ਲੇਟ ਕਰੇਗਾ, ਉਸ ਨੂੰ ਬਹੁਤ ਜ਼ਿਆਦਾ ਟਾਈਮ ਲੱਗੇਗਾ। ਰਨਿੰਗ ਪੀਰੀਅਡ ਜਿਹੜਾ ਕੰਪਰੈਸਰ ਦਾ ਹੈ ਉਹ ਐਕਸੈਸ ਹੋ ਜਾਏਗਾ, ਵੱਧ ਜਾਏਗਾ, ਜਿਹਦੇ ਨਾਲ ਸਾਡਾ ਬਿਜਲੀ ਦਾ ਬਿੱਲ ਵੀ ਜ਼ਿਆਦਾ ਆਏਗਾ। ਸੋ ਇਹ ਕੁਝ ਪੁਆਇੰਟਸ ਐਸੇ ਹੈ ਜਿਸ ਬਾਰੇ ਆਪਾਂ ਨੇ ਥੋੜ੍ਹਾ ਜਿਹਾ ਦੇਖਣਾ ਹੈ। ਇਸ ਕਰਕੇ ਰੈਫ੍ਰਿਜਰੇਟਰ ਨੂੰ ਇੰਸਟਾਲ ਕਰਨ ਵੇਲੇ ਦੀਵਾਰ ਤੋਂ ਲਗਭਗ 4-5 ਇੰਚ ਦੀ ਦੂਰੀ 'ਤੇ ਹੋਵੇ ਤਾਂ ਕਿ ਜਿਹੜੀ ਆਲੇ ਦੁਆਲੇ ਦੀ ਨੈਚੁਰਲ ਏਅਰ ਸਰਕੂਲੇਸ਼ਨ ਹੈ ਉਹ ਪੂਰੀ ਤਰ੍ਹਾਂ ਉਸ ਦੇ ਆਲੇ ਦੁਆਲੇ ਤੋਂ ਗੁਜ਼ਰ ਸਕੇ, ਜਿਸ ਦੇ ਨਾਲ ਉਸ ਦਾ ਜਿਹੜਾ ਕੰਡੈਂਸਰ ਹੈ ਉਸ ਨੂੰ ਠੰਡਾ ਹੋਣ ਦੇ ਵਿੱਚ ਮਦਦ ਮਿਲ ਸਕੇ। ਸੋ ਉਸ ਦੇ ਕੰਡੈਂਸਰ ਨੂੰ ਅੱਛੀ ਤਰ੍ਹਾਂ ਸਾਫ਼ ਕਰਨਾ ਹੈ। ਅਗਰ ਤੁਹਾਨੂੰ ਲੱਗਦਾ ਹੈ ਕਿ ਉਹ ਬਲੌਕ ਹੈ ਕਿਸੇ ਤਰੀਕੇ ਨਾਲ, ਮਿੱਟੀ ਦੇ ਨਾਲ, ਕਿਸੇ ਹੋਰ ਪੁਆਇੰਟਸ ਦੇ ਨਾਲ ਜਾਂ ਪਿੱਛੋਂ ਕੋਈ ਹੋਰ ਸ਼ੀਟ ਲੱਗੀ ਹੋਈ ਹੈ ਅਤੇ ਸਾਡਾ ਦੁਨਿਆਵੀ ਫਰਜ਼ ਬਣਦਾ ਹੈ ਉਸ ਨੂੰ ਆਪਾਂ ਕਲੀਨ ਕਲੋਥ ਦੇ ਨਾਲ ਜਾਂ ਥੋੜ੍ਹਾ ਪਾਣੀ ਦੇ ਨਾਲ ਅਸੀਂ ਉਸ ਨੂੰ ਅੱਛੇ ਤਰੀਕੇ ਨਾਲ ਸਾਫ਼ ਕਰ ਦਈਏ। ਹੁਣ ਇੰਟਰਨਲੀ ਆ ਗਿਆ ਕਿ ਵੀ ਅਗਰ ਇੱਕ ਰੈਫ੍ਰਿਜਰੇਟਰ ਦਾ ਬਲਬ ਨਹੀਂ ਜਗਦਾ ਅਤੇ ਉਸ ਦੇ ਵਿੱਚ ਦੋ ਹੀ ਫਾਲਟ ਹੋ ਸਕਦੇ ਹੈ। ਨੰਬਰ 1 ਕਿ ਕਿਆ ਉਸ ਦਾ ਬਲਬ ਫਿਊਜ਼ ਤਾਂ ਨਹੀਂ, ਜਾਂ ਉਸ ਦਾ ਜਿਹੜਾ ਹੋਲਡਰ ਹੈ ਅਸੀਂ ਉਹ ਚੈੱਕ ਕਰ ਸਕਦੇ ਹਾਂ। ਦੂਜੇ ਨੰਬਰ ਦੇ ਉੱਤੇ ਜਿਹੜਾ ਉਸ ਦਾ ਡੋਰ ਸਵਿਚ ਹੈ, ਡੋਰ ਸਵਿਚ ਮੀਨਸ ਜਿਹੜਾ ਡੋਰ ਦੇ ਨਾਲ ਹੀ ਲੱਗਿਆ ਹੈ, ਜਦੋਂ ਅਸੀਂ ਡੋਰ ਨੂੰ ਬੰਦ ਕਰਦੇ ਹਾਂ ਅਤੇ ਉਹ ਅੰਦਰ ਨੂੰ ਪ੍ਰੈਸ ਹੋ ਜਾਂਦਾ ਹੈ ਅਤੇ ਜਿਹੜਾ ਸਾਡਾ ਬਲਬ ਹੈ ਇੰਟਰਨਲੀ ਬੰਦ ਹੋ ਜਾਂਦਾ ਹੈ।
ਤੇ ਜਦੋਂ ਡੋਰ ਨੂੰ ਖੋਲ੍ਹਦੇ ਆ ਉਸ ਦੇ ਵਿੱਚ ਸਪਰਿੰਗ ਮੋਸ਼ਨ ਦੀ ਮਦਦ ਦੇ ਨਾਲ ਉਹ ਜਿਹੜਾ ਸਵਿਚ ਹੈ, ਡੋਰ ਸਵਿਚ, ਉਹ ਬਾਹਰ ਨੂੰ ਆ ਜਾਂਦਾ ਹੈ, ਜਿਹਦੇ ਨਾਲ ਬੱਲਬ ਜਿਹੜਾ ਹੈ ਸਾਡਾ ਔਨ ਹੋ ਜਾਂਦਾ ਹੈ। ਇਟ ਮੀਨਸ ਕਿ ਜਾਂ ਤਾਂ ਬੱਲਬ ਫਿਊਜ਼ ਹੋ ਸਕਦਾ ਹੈ, ਨੰਬਰ 2 ਹੋਲਡਰ ਖਰਾਬ ਹੋ ਸਕਦਾ ਹੈ, ਨੰਬਰ 3 ਜਿਹੜਾ ਉਸ ਦਾ ਡੋਰ ਸਵਿਚ ਹੈ, ਹੋ ਸਕਦਾ ਹੈ ਕਿ ਡੋਰ ਸਵਿਚ ਖਰਾਬ ਹੋਵੇ ਜਾਂ ਕਿਤੇ ਜਿਹੜਾ ਡੋਰ ਹੈ ਉਸ ਦੀ ਜਿਹੜੀ ਅਲਾਈਨਮੈਂਟ ਵਿੱਚ ਅਗਰ ਕੋਈ ਫਰਕ ਆ ਜਾਵੇ ਤਾਂ ਵੀ ਉਹ ਜਿਹੜਾ ਹੈ ਉਸ ਨੂੰ ਪ੍ਰੈਸ ਪ੍ਰੋਪਰ ਨਹੀਂ ਕਰ ਪਾਉਂਦਾ, ਜਿਸ ਦੇ ਨਾਲ ਉਸ ਦੇ ਜਿਹੜੇ ਕੰਟੈਕਟ ਪੁਆਇੰਟਸ ਹੈ ਉਹ ਨਹੀਂ ਆਪਸ ਦੇ ਵਿੱਚੋਂ ਹਟਦੇ। ਇਸ ਕਰਕੇ ਇੰਟਰਨਲੀ ਜਿਹੜਾ ਬੱਲਬ ਹੈ ਉਹ ਕਈ ਵਾਰ ਪਰਮਾਨੈਂਟ ਜਗਦਾ ਰਹਿੰਦਾ ਹੈ। ਅਗਰ ਬੱਲਬ ਅੰਦਰ ਪਰਮਾਨੈਂਟ ਜਗਦਾ ਰਹੇ ਤੇ ਉਸ ਦੇ ਨਾਲ ਵੀ ਸਾਡੇ ਟੈਂਪਰੇਚਰ ਦੇ ਉੱਤੇ ਫਰਕ ਆਏਗਾ ਤੇ ਜਿਹੜਾ ਸਾਡਾ ਟੈਂਪਰੇਚਰ ਹੈ ਉਹ ਸਾਡੇ ਸਰਾਊਂਡਿੰਗ ਏਰੀਆ ਦਾ ਫ੍ਰਿਜ ਦਾ ਮੇਨਟੇਨ ਨਹੀਂ ਹੋ ਪਾਏਗਾ। ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਪਏਗਾ। ਉਸ ਦੇ ਲਈ ਜਦੋਂ ਤੁਸੀਂ ਲਗਾਉਂਦੇ ਹੋ ਤੇ ਡੋਰ ਖੋਲ੍ਹਦੇ ਹੋ, ਦੇਖਦੇ ਹੋ ਕਿ ਅਗਰ ਬੱਲਬ ਜਗਦਾ ਇਟ ਮੀਨਸ ਕਿ ਸਪਲਾਈ ਇਜ਼ ਦੇਅਰ। ਮੇ ਬੀ ਜਦੋਂ ਕਿਸੇ ਫ੍ਰਿਜ ਨੂੰ ਸਟੈਬਲਾਈਜ਼ਰ ਲੱਗਿਆ ਹੁੰਦਾ ਹੈ ਤੇ ਉਸ ਦੇ ਵਿੱਚ ਵੀ ਕਈ ਵਾਰ ਇਹ ਨੁਕਸ ਦੇਖਣ ਦੇ ਵਿੱਚ ਜ਼ਿਆਦਾਤਰ ਆਉਂਦੇ ਹੈ ਕਿ ਸਟੈਬਲਾਈਜ਼ਰ ਜਦੋਂ ਔਨ ਕਰਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਉਹ ਸਪਲਾਈ ਦੇ ਰਿਹਾ, ਠੀਕ ਚੱਲ ਰਿਹਾ। ਲੇਕਿਨ ਮਜ਼ੇ ਦੀ ਗੱਲ ਇਹ ਹੈ ਕਿ ਕਈ ਵਾਰ ਉਹ ਇਨਪੁਟ ਸਪਲਾਈ ਤਾਂ ਆ ਰਹੀ ਹੈ ਬਟ ਆਊਟਪੁੱਟ ਜਿਹੜੀ ਸਪਲਾਈ ਹੈ ਸਟੈਬਲਾਈਜ਼ਰ ਦੇ ਦੁਆਰਾ ਉਹ ਫ੍ਰਿਜ ਨੂੰ ਅਪਲਾਈ ਨਹੀਂ ਹੋ ਰਹੀ, ਉਹ ਨਹੀਂ ਜਾ ਰਹੀ ਤੇ ਉਸ ਦੇ ਲਈ ਆਊਟਪੁੱਟ ਸਪਲਾਈ ਨੂੰ ਚੈੱਕ ਕਰਨਾ ਵੀ ਜ਼ਰੂਰੀ ਹੈ। ਸੋ ਕਿੰਨੀ ਵੋਲਟੇਜ ਆ ਰਹੀ ਹੈ, ਇਹ ਵੀ ਨਹੀਂ ਕਿ ਵੀ ਮੰਨ ਲਓ ਪਿੱਛੋਂ ਹੀ ਵੋਲਟੇਜ 100 ਜਾਂ 125 ਵੋਲਟੇਜ ਆ ਰਹੀ ਹੈ ਔਰ ਤੁਸੀਂ ਐਕਸਪੈਕਟ ਕਰਦੇ ਹੋ ਕਿ ਮੇਰਾ ਫ੍ਰਿਜ ਚੱਲਣਾ ਚਾਹੀਦਾ ਤੇ ਇਹ ਪੋਸੀਬਿਲਿਟੀ ਨਹੀਂ ਹੈ, ਕਿਉਂਕਿ ਐਗਜ਼ੈਕਟ ਜਿਹੜੀ ਹੈਗੀ ਹੈ ਮਿਨੀਮਮ ਤੋਂ ਮਿਨੀਮਮ 160 170 ਵੋਲਟੇਜ ਮਿਨੀਮਮ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਫ੍ਰਿਜ ਹੈ ਅਗਰ ਘੱਟੋ ਘੱਟ 170 ਦੇ ਕਰੀਬ ਸਪਲਾਈ ਹੋਵੇ ਤੇ ਤਾਂ ਹੀ ਉਹ ਚੱਲਣ ਦੇ ਵਿੱਚ ਸક્ષਮ ਹੋਣਗੇ। ਸੋ ਇੱਕ ਨੰਬਰ ਤਾਂ ਇਹ ਹੈ। 2 ਨੰਬਰ ਹੋ ਸਕਦਾ ਹੈ ਕਿ ਇੰਟਰਨਲੀ ਜਿਹੜਾ ਥਰਮੋਸਟੈਟ ਸਵਿਚ ਹੈ ਉਹ ਹੀ ਤੁਹਾਡੇ ਦੁਆਰਾ ਬੰਦ ਕੀਤਾ ਹੋਇਆ ਹੈ। ਜਦੋਂ ਇੰਟਰਨਲੀ ਸਵਿਚ ਬੰਦ ਹੋਏਗਾ ਤਾਂ ਵੀ ਜਿਹੜਾ ਰੈਫਰੀਜਰੇਟਰ ਹੈ ਉਹ ਨਹੀਂ ਚੱਲੇਗਾ। ਉਸ ਥਰਮੋਸਟੈਟ ਸਵਿਚ ਨੂੰ ਜਿਹਦੇ ਵਿੱਚ 1 ਤੋਂ ਲੈ ਕੇ 9 ਨੰਬਰ ਤੱਕ ਰੀਡਿੰਗ ਹੁੰਦੀ ਹੈ ਜਾਂ ਜਿਸ ਦੇ ਵਿੱਚ ਨਾਰਮਲ, ਮਿਨੀਮਮ, ਮੈਕਸਿਮਮ ਇਸ ਤਰੀਕੇ ਨਾਲ ਲਿਖਿਆ ਹੁੰਦਾ ਹੈ ਤੇ ਤੁਸੀਂ ਉਸ ਥਰਮੋਸਟੈਟ ਸਵਿਚ ਨੂੰ ਦੇਖ ਸਕਦੇ ਹੋ ਕਿ ਵੀ ਕਿਆ ਉਹ ਔਨ ਪੋਜੀਸ਼ਨ 'ਚ ਹੈ। ਜੇ ਨਹੀਂ ਹੈ ਤੇ ਉਸ ਨੂੰ ਔਨ ਕਰੋ। ਨੰਬਰ 3 ਉਸ ਦੇ ਓਵਰਲੋਡ ਪ੍ਰੋਟੈਕਟਰ ਜਿਹੜਾ ਹੈ ਉਹ ਟ੍ਰਿਪ ਕਰ ਸਕਦਾ ਹੈ। ਸੋ ਇਹ ਕੁਝ ਪੁਆਇੰਟ ਹੈ ਕਿ ਸਾਡਾ ਫ੍ਰਿਜ ਕਿਉਂ ਨਹੀਂ ਚੱਲਦਾ। ਇਸੇ ਤਰੀਕੇ ਨਾਲ ਰਿਲੇ ਅਗਰ ਖਰਾਬ ਹੈ ਤਾਂ ਵੀ ਨਹੀਂ ਉਹ ਚੱਲੇਗਾ। ਲਾਸਟ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿਆ ਕਿਤੇ ਕੰਪਰੈਸਰ ਖਰਾਬ ਤਾਂ ਨਹੀਂ, ਉਹ ਸਟਕ ਵੀ ਕਰ ਸਕਦਾ ਹੈ। ਨੰਬਰ 2 ਉਹ ਸਟਕ ਦੇ ਨਾਲ ਵਰਨਡ ਆਊਟ ਵੀ ਹੋ ਸਕਦਾ ਹੈ। ਇੱਕ ਅੱਛਾ ਮਕੈਨਿਕ ਬਣਨ ਦੇ ਵੇਲੇ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪਏਗਾ ਕਿ ਇਹ ਜਾਣਨਾ ਜ਼ਰੂਰੀ ਨਹੀਂ ਹੈ ਕਿ ਕਿਸੇ ਰੈਫਰੀਜਰੇਸ਼ਨ ਏਸੀ ਮਸ਼ੀਨ ਦੇ ਵਿੱਚ ਕੀ ਨੁਕਸ ਹੈ। ਇਹ ਐਡੀ ਅਹਿਮੀਅਤ ਨਹੀਂ ਹੈ ਕਿ ਵੀ ਸਾਡੇ ਰੈਫਰੀਜਰੇਸ਼ਨ ਦੇ ਵਿੱਚ ਕੀ ਨੁਕਸ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਉਹ ਨੁਕਸ ਕਿਉਂ ਪਿਆ ਹੈ। ਨੁਕਸ ਤਾਂ ਜਿਹੜਾ ਦਿਖਦਾ ਹੈ ਉਹ ਤਾਂ ਸਾਹਮਣੇ ਤੁਹਾਡੇ ਆ ਹੀ ਚੁੱਕਿਆ ਹੈ, ਲੇਕਿਨ ਉਸ ਨੂੰ ਠੀਕ ਕਰ ਦਿਓ, ਇਹ ਵੀ ਕੋਈ ਪ੍ਰੋਬਲਮ ਨਹੀਂ। ਤੁਸੀਂ ਜਦੋਂ ਤੁਸੀਂ ਇੱਕ ਅੱਛੇ ਮਕੈਨਿਕ ਹੋ ਤੇ ਆਟੋਮੈਟਿਕਲੀ ਉਸ ਨੁਕਸ ਨੂੰ ਠੀਕ ਕਰ ਹੀ ਦਿਓਗੇ। ਲੇਕਿਨ ਅਹਿਮ ਇਸ ਗੱਲ ਨੂੰ ਜਾਣਨਾ ਹੈ ਕਿ ਵੀ ਕਿਆ ਜਿਹੜਾ ਨੁਕਸ ਪਿਆ ਹੈ ਤੁਸੀਂ ਉਸ ਨੂੰ ਜਸਟੀਫਾਈ ਕਰ ਪਾ ਰਹੇ ਹੋ, ਉਸ ਨੂੰ ਆਇਡੈਂਟੀਫਾਈ ਕਰ ਪਾ ਰਹੇ ਹੋ ਕਿ ਵੀ ਇਹ ਨੁਕਸ ਕਿਉਂ ਪਿਆ। ਕਿਉਂਕਿ ਜਦੋਂ ਤੁਸੀਂ ਠੀਕ ਕਰਨ ਤੋਂ ਬਾਅਦ ਉਸ ਮਸ਼ੀਨ ਨੂੰ ਚਲਾਓਗੇ ਤੇ ਉਹ ਨੁਕਸ ਦੁਬਾਰਾ ਤੋਂ ਪੈਣ ਦੇ ਅਸਾਰ ਬਣ ਸਕਦੇ ਹੈ। ਇਸ ਕਰਕੇ ਪਹਿਲੇ ਨੰਬਰ ਦੇ ਉੱਤੇ ਸਾਨੂੰ ਉਸ ਨੁਕਸ ਦੇ ਨਾਲ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਉਹ ਨੁਕਸ ਕਿਉਂ ਪਿਆ। ਜਿਸ ਤਰੀਕੇ ਨਾਲ ਮੈਂ ਤੁਹਾਡੇ ਨਾਲ ਇਸ ਗੱਲ ਨੂੰ ਸ਼ੇਅਰ ਕੀਤਾ ਹੈ ਕਿ ਮਕੈਨੀਕਲ ਦੇ ਕਿਹੜੇ ਪਾਰਟਸ ਹੈ, ਇਲੈਕਟ੍ਰੀਕਲ ਦੇ ਕਿਹੜੇ ਪਾਰਟਸ ਹੈ, ਤੇ ਮੈਂ ਕੁਝ ਫਾਰਮੂਲੇ, ਕੁਝ ਐਸੇ ਪੁਆਇੰਟ
ਤੁਹਾਡੇ ਨਾਲ ਡੈਫੀਨੇਟਲੀ ਸ਼ੇਅਰ ਕਰਨੇ ਚਾਹਾਂਗਾ ਕਿ ਇਲੈਕਟ੍ਰੀਕਲ ਦੇ ਵਿੱਚ ਸਭ ਤੋਂ ਜਿਹੜਾ ਮੇਨ ਪੁਆਇੰਟ ਹੈ, ਮੇਨ ਫਾਰਮੂਲਾ ਹੈ ਕਿ ਜਿੰਨੀ ਵੀ ਤਰ੍ਹਾਂ ਦੇ ਕੰਟਰੋਲ ਹੈ, ਜਿੰਨੀ ਵੀ ਤਰ੍ਹਾਂ ਦੇ ਕੰਟਰੋਲ ਕੰਮ ਕਰਦੇ ਨੇ, that all are connected in series circuit। ਕੋਈ ਵੀ ਜਿਹੜਾ ਕੰਟਰੋਲ ਹੈ, ਚਾਹੇ ਉਹ ਸਵਿਚ ਹੋਵੇ, ਚਾਹੇ ਉਹ ਡੋਰ ਸਵਿਚ ਹੋਵੇ, ਚਾਹੇ ਉਹ ਥਰਮੋਸਟੈਟ ਸਵਿਚ ਹੋਵੇ, ਚਾਹੇ ਓਵਰਲੋਡ ਪ੍ਰੋਟੈਕਟਰ ਹੋਵੇ, ਇਹ ਜਿੰਨੇ ਵੀ ਕੰਟਰੋਲ ਹੈ ਜਿਹੜੇ ਕਿਸੇ ਚੀਜ਼ ਨੂੰ ਕੰਟਰੋਲ ਕਰ ਰਹੇ ਹੈ, ਕੋਈ ਕੰਪਰੈਸਰ ਨੂੰ ਪ੍ਰੋਟੈਕਟ ਕਰ ਰਿਹਾ ਹੈ, ਕੋਈ ਬਲਬ ਨੂੰ ਪ੍ਰੋਟੈਕਟ ਕਰ ਰਿਹਾ ਹੈ, ਕੋਈ ਥਰਮੋਸਟੈਟ ਦੇ ਦੁਆਰਾ ਕੂਲਿੰਗ ਨੂੰ ਸੇਵ ਕਰ ਰਿਹਾ ਹੈ, ਇਹ ਜਿੰਨੇ ਵੀ ਸਵਿਚ ਹੈ, ਜਿੰਨੇ ਵੀ ਕੰਟਰੋਲ ਹੈ, that all are connected in series circuit। ਸੋ ਇਸ ਫਾਰਮੂਲੇ ਨੂੰ ਹਮੇਸ਼ਾ ਮਾਈਂਡ ਦੇ ਵਿੱਚ ਬਣਾ ਕੇ ਚੱਲਣਾ ਹੈ ਕਿ ਜਿੰਨੇ ਵੀ ਕੰਟਰੋਲ ਹੈ ਦੈਟ ਉਹ ਹਮੇਸ਼ਾ ਸੀਰੀਜ਼ ਸਰਕਟ ਦੇ ਵਿੱਚ ਲੱਗਣਗੇ, ਇੱਕ ਲਾਈਨ ਦੇ ਵਿੱਚ ਲੱਗਣਗੇ। ਬਟ ਇੱਕ ਲਾਈਨ ਤੋਂ ਅਰਥ ਇਹ ਨਹੀਂ ਹੈ ਕਿ ਵੀ ਉਹਨੂੰ ਸਿੱਧੇ ਜਿਸ ਤਰੀਕੇ ਨਾਲ ਮਰਜ਼ੀ ਲਗਾ ਦਿਓ। ਮੰਨ ਲਓ ਕਿ ਅਸੀਂ ਓਵਰਲੋਡ ਪ੍ਰੋਟੈਕਟਰ ਨੂੰ ਅਗਰ ਲਗਾਉਣਾ ਹੈ ਤੇ ਅੰਡਰਸਟੂਡ ਹੈ ਕਾਮਨ ਦੀ ਸੀਰੀਜ਼ ਦੇ ਵਿੱਚ ਅਸੀਂ ਜਦੋਂ ਕੰਪਰੈਸਰ ਤੋਂ ਪਹਿਲਾਂ ਲਗਾਵਾਂਗੇ ਤਾਂ ਕਿ ਅਗਰ ਕੋਈ ਵੀ ਕੰਪਰੈਸਰ ਦੇ ਉੱਤੇ ਕੋਈ ਪ੍ਰੋਬਲਮ ਆਉਂਦੀ ਹੈ, ਅਗਰ ਉਹ ਗਰਮ ਜ਼ਿਆਦਾ ਹੁੰਦਾ ਹੈ, ਨੰਬਰ 2 ਜ਼ਿਆਦਾ ਕਰੰਟ ਲੈਂਦਾ ਹੈ, ਓਵਰਲੋਡ ਪ੍ਰੋਟੈਕਟਰ ਦਾ ਮੇਨ ਅਰਥ ਹੀ ਇਹ ਹੈ ਕਿ ਜਦੋਂ ਓਵਰਲੋਡ ਹੋਵੇ, ਜ਼ਿਆਦਾ ਗਰਮ ਹੋ ਜਾਵੇ ਜਾਂ ਜ਼ਿਆਦਾ ਕਰੰਟ ਲੈਣ ਲੱਗ ਜਾਵੇ ਤੇ ਉਹ ਉਸ ਕੰਪਰੈਸਰ ਨੂੰ ਪ੍ਰੋਟੈਕਟ ਕਰੇ, ਸੇਫ ਕਰੇ। ਉਸ ਤੋਂ ਇਲਾਵਾ ਹੋਰ ਵੀ ਨੁਕਸ ਬਹੁਤ ਹੈ, ਲੇਕਿਨ ਅਗਰ ਅਸੀਂ ਕਿਸੇ ਯੂਨਿਟ ਨੂੰ ਡਿਸਮੈਂਟਲ ਕਰਨਾ ਹੈ ਤੇ ਤਾਂ ਸਾਡੇ ਕੋਲ ਕਿਹੜਾ ਤਰੀਕਾ ਜਿਹੜਾ ਹੈ ਉਹ ਅਡਾਪਟ ਹੋਏਗਾ। ਸਪੋਜ਼ ਆਪਾਂ ਜਿੱਦਾਂ ਇਹ ਕਹਿ ਦਿੰਦੇ ਆ ਕਿ ਵੀ ਉਸ ਦੇ ਵਿੱਚ ਕੰਪਰੈਸਰ ਖਰਾਬ ਹੈ, ਜਦੋਂ ਅਸੀਂ ਸੀਰੀਜ਼ ਦੇ ਵਿੱਚ ਚੈੱਕ ਕਰਕੇ ਜਾਂ ਮਲਟੀਮੀਟਰ ਦੀ ਮਦਦ ਦੇ ਨਾਲ ਜਦੋਂ ਅਸੀਂ ਉਹਨੂੰ ਚੈੱਕ ਕੀਤਾ ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੇ ਵਿੱਚ ਕੀ ਨੁਕਸ ਪੈ ਚੁੱਕਿਆ ਹੈ। ਸੋ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਵੀ ਉਸ ਨੁਕਸ ਦੇ ਨਾਲ ਰਿਲੇਟਡ ਅਗਰ ਅਸੀਂ ਉਸ ਯੂਨਿਟ ਨੂੰ ਡਿਸਮੈਂਟਲ ਕਰਨਾ ਹੈ ਤੇ ਕਿਸ ਤਰੀਕੇ ਨਾਲ ਅਸੀਂ ਡਿਸਮੈਂਟਲ ਕਰਾਂਗੇ। ਨੰਬਰ 1, 3 ਲਾਈਨਾਂ ਜਿਹੜੀਆਂ ਹੈਗੀਆਂ ਹੈ ਉਹ ਹਰ ਕੰਪਰੈਸਰ ਦੇ ਨਾਲ ਹੁੰਦੀਆਂ, ਚਾਹੇ ਉਹ ਛੋਟਾ ਕੰਪਰੈਸਰ ਹੈ, ਚਾਹੇ ਉਹ ਵੱਡਾ ਕੰਪਰੈਸਰ ਹੈ, ਇਹ ਕੋਈ ਮਾਇਨੇ ਨਹੀਂ ਰੱਖਦਾ। ਇੱਕ ਛੋਟੀ ਆਈਟਮ ਤੇ ਵੱਡੀ ਆਈਟਮ ਦੇ ਵਿੱਚ ਜਿਹੜਾ ਹੈ ਉਹਦੇ ਜਿਹੜੇ ਫੰਕਸ਼ਨ ਹੈ, ਉਸ ਦਾ ਜਿਹੜਾ ਪਰਪਸ ਹੈ ਉਹ ਇੱਕੋ ਹੀ ਹੈ। ਸੋ ਉਸ ਦੇ ਵਿੱਚ ਇੱਕ ਲਾਈਨ ਹੈ ਡਿਸਚਾਰਜ ਲਾਈਨ, ਇੱਕ ਲਾਈਨ ਹੈ ਸਕਸ਼ਨ ਲਾਈਨ ਐਂਡ ਤੀਜੀ ਹੈ ਚਾਰਜਿੰਗ ਲਾਈਨ। ਇਹ 3 ਲਾਈਨਾਂ ਹੈ ਤੇ ਜਦੋਂ ਵੀ ਅਸੀਂ ਰੈਫਰੀਜਰੇਟਰ ਦੇ ਕੰਪਰੈਸਰ ਨੂੰ ਜਾਂ ਆਪਣੇ ਯੂਨਿਟ ਨੂੰ ਡਿਸਮੈਂਟਲ ਕਰਨਾ ਹੈ ਤੇ ਸਾਡਾ ਦੁਨਿਆਵੀ ਫਰਜ਼ ਬਣਦਾ ਹੈ ਕਿ ਡਿਸਮੈਂਟਲ ਕਰਨ ਤੋਂ ਪਹਿਲਾਂ ਜਿਹੜੀ ਉਸ ਦੀ ਚਾਰਜਿੰਗ ਲਾਈਨ ਹੈ ਉਸ ਦੇ ਰਾਹੀਂ ਅਸੀਂ ਪਰਸਿੰਗ ਪਲਾਇਰ ਦੇ ਦੁਆਰਾ ਆਪਣੀ ਰਿਕਵਰੀ ਯੂਨਿਟ ਦੇ ਰਾਹੀਂ ਉਸ ਦੀ ਜਿਹੜੀ ਰੈਫਰੀਜਰੈਂਟ ਨੂੰ ਵਾਪਸ ਸਿਲੰਡਰ ਦੇ ਵਿੱਚ ਲੈ ਕੇ ਆ ਸਕੀਏ। ਡਿਸਮੈਂਟਲ ਕਰਨ ਤੋਂ ਪਹਿਲਾਂ ਉਸ ਦੀ ਜਿਹੜੀ ਰੈਫਰੀਜਰੈਂਟ ਹੈ ਰਿਕਵਰੀ ਯੂਨਿਟ ਦੀ ਮਦਦ ਦੇ ਨਾਲ ਅਸੀਂ ਵਾਪਸ ਸਿਲੰਡਰ ਦੇ ਵਿੱਚ ਲੈ ਕੇ ਆਈਏ। ਉਸ ਤੋਂ ਬਾਅਦ ਪਹਿਲੇ ਨੰਬਰ ਦੇ ਉੱਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਕਸ਼ਨ ਲਾਈਨ ਨੂੰ ਕੱਟ ਕਰਨਾ ਹੈ, ਡਿਸਚਾਰਜ ਲਾਈਨ ਨੂੰ ਕੱਟ ਕਰਨਾ ਹੈ। ਉਸ ਤੋਂ ਬਾਅਦ ਹੀ ਅਸੀਂ ਜਿਹੜਾ ਕੰਪਰੈਸਰ ਹੈ ਉਹ ਅਲੱਗ ਤਰੀਕੇ ਨਾਲ ਅਸੀਂ ਬਾਹਰ ਕੱਢ ਸਕਦੇ ਹਾਂ। ਫ੍ਰੀਜ਼ਰ ਨੂੰ ਅਸੀਂ ਬਾਹਰ ਕੱਢ ਸਕਦੇ ਹਾਂ। ਫ੍ਰੀਜ਼ਰ ਨੂੰ ਕੱਢਣ ਤੋਂ ਪਹਿਲਾਂ ਜਿਹੜੀ ਕੈਪਿਲਰੀ ਟਿਊਬ ਹੈ, ਜਿਹੜੀ ਡਰਾਇਰ ਦੇ ਨਾਲ ਲੱਗੀ ਹੋਈ ਹੈ, ਉਸ ਨੂੰ ਕੱਟ ਕੇ ਹੀ ਅਸੀਂ ਬਾਹਰ ਲੈ ਸਕਦੇ ਹਾਂ। ਕੰਡੈਂਸਰ ਨੂੰ ਅਲੱਗ ਰੱਖ ਸਕਦੇ ਹਾਂ। ਸੋ ਇਹ ਸਟੈਪ ਬਾਈ ਸਟੈਪ ਜਿਹੜੇ ਪਾਰਟਸ ਹੈ, ਜਿਸ ਪਾਰਟਸ ਨੂੰ ਜਿਸ ਤਰੀਕੇ ਨਾਲ ਵੀ ਅਸੀਂ ਠੀਕ ਕਰਨਾ ਹੈ ਉਸ ਨੂੰ ਇਸ ਤਰੀਕੇ ਨਾਲ ਅਸੀਂ ਡਿਸਮੈਂਟਲ ਕਰ ਸਕਦੇ ਹਾਂ। ਬਟ ਇੱਥੇ ਵੀ ਉਹੀ ਪੁਆਇੰਟ ਹੈ ਕਿ ਜਿਸ ਤਰੀਕੇ ਨਾਲ ਅਸੀਂ ਡਿਸਮੈਂਟਲ ਕਰਨਾ ਹੈ ਉਸੇ ਸੀਕੁਐਂਸ ਤਰੀਕੇ ਨਾਲ ਸਾਨੂੰ ਬਾਅਦ ਵਿੱਚੋਂ ਅਸੈਂਬਲ ਵੀ ਕਰਨਾ ਹੈ। ਸੋ
ਇਹ ਕੁਝ ਸਰਵਿਸ ਦੇ ਨਾਲ ਰਿਲੇਟਡ ਜਿਹੜੇ ਪੁਆਇੰਟ ਸੀਗੇ ਇਹ ਰੈਫਰੀਜਰੇਟਰ ਦੇ ਸੀਗੇ। ਇਹੀ ਜਿਹੜੀਆਂ ਚੀਜ਼ਾਂ ਹੈ ਜਿਵੇਂ ਰੈਫਰੀਜਰੇਟਰ ਉੱਤੇ ਲਾਗੂ ਹੋਈਆਂ, ਸੇਮ ਦੀਆਂ ਸੇਮ ਚੀਜ਼ਾਂ ਸਾਡੇ 에ਅਰ ਕੰਡੀਸ਼ਨਰ ਵਿੰਡੋ ਟਾਈਪ ਜਾਂ ਸਪਲਿਟ ਟਾਈਪ। That one is not related with the commercial plant of air conditioning system or refrigeration system। ਕਮਰਸ਼ੀਅਲ ਦੇ ਬਾਰੇ ਅਲੱਗ ਗੱਲ ਹੈ, ਲੇਕਿਨ ਇਹ ਡੋਮੈਸਟਿਕ ਦੇ ਬਾਰੇ ਹੈ, ਜਿਸ ਦੇ ਬਾਰੇ ਮੈਂ ਇਸ ਕਰਕੇ ਵੀ ਇਹ ਤੁਹਾਡੇ ਨਾਲ ਗੱਲ ਜ਼ਿਆਦਾ ਸਾਂਝੀ ਕਰ ਰਿਹਾ ਕਿ ਮਾਰਕੀਟ ਦੇ ਵਿੱਚ ਇਸ ਵੇਲੇ ਜਿੰਨਾ ਕੰਮ ਡੋਮੈਸਟਿਕ ਦਾ ਹੈ, ਤੁਸੀਂ ਆਪਣੇ ਲੈਵਲ ਦੇ ਉੱਤੇ ਜਿੰਨਾ ਕੰਮ ਤੁਸੀਂ ਕਰ ਸਕਦੇ ਹੋ ਉਹ ਆਪਣੇ ਆਪ ਦੇ ਵਿੱਚ ਲਾਜਵਾਬ ਹੈ। ਡੋਮੈਸਟਿਕ ਦੇ ਵਿੱਚ ਜਿਹੜਾ ਵਿੰਡੋ 에ਅਰ ਕੰਡੀਸ਼ਨਰ ਹੈ ਉਸ ਦੇ ਵੀ ਸੇਮ ਪੁਆਇੰਟ ਜਿਹੜੇ ਹੈ ਉਹ ਜਾਣਨੇ ਜ਼ਰੂਰੀ ਹੈ। ਇਲੈਕਟ੍ਰੀਕਲੀ ਸਿਸਟਮ ਬਾਰੇ ਜਾਣਨਾ ਜ਼ਰੂਰੀ ਹੈ, ਕਿਉਂਕਿ ਵਿੰਡੋ 에ਅਰ ਕੰਡੀਸ਼ਨਰ ਦੇ ਵਿੱਚ ਅਗਰ ਮੈਨੂਅਲੀ ਜੇ ਅਸੀਂ ਰਿਮੋਟ ਵਾਲਾ ਨਾ ਲਈਏ ਤੇ ਉਸ ਦੇ ਵਿੱਚ ਵੀ ਸਿਲੈਕਟਰ ਸਵਿਚ ਹੈ, ਥਰਮੋਸਟੈਟ ਸਵਿਚ ਹੈ, ਓਵਰਲੋਡ ਪ੍ਰੋਟੈਕਟਰ ਹੈ, ਰਨਿੰਗ ਕਪੈਸਿਟਰ ਹੈ, ਸਟਾਰਟਿੰਗ ਕਪੈਸਿਟਰ ਹੈ, ਬਲੋਅਰ ਮੋਟਰ ਦਾ ਕਪੈਸਿਟਰ ਹੈ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸੀਕੁਐਂਸ ਹੈ ਇਹ ਬਕਾਇਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਕਿਸ ਤਰੀਕੇ ਨਾਲ ਨੁਕਸ ਜਿਹੜਾ ਹੈ ਕਿੱਥੇ ਕਿੱਥੇ ਕਿਸ ਤਰੀਕੇ ਨਾਲ ਪੈ ਸਕਦਾ ਹੈ। ਸਰਵਿਸ ਦੇ ਮਾਮਲੇ ਵਿੱਚ ਜਿਹੜਾ ਵਿੰਡੋ 에ਅਰ ਕੰਡੀਸ਼ਨਰ ਹੈ, ਅਸੀਂ ਜਿਵੇਂ ਕਿ ਮੈਂ ਪਹਿਲੇ ਨੰਬਰ ਦੇ ਉੱਤੇ ਗੱਲ ਕੀਤੀ ਸੀ ਕਿ ਫਸਟ ਆਫ ਆਲ ਅਸੀਂ ਉਸ ਦੀ ਗ੍ਰਿਲ ਨੂੰ ਈਜ਼ੀਲੀ ਓਪਨ ਕਰੀਏ। ਅਸੀਂ ਜਿਹੜਾ ਉਸ ਦਾ ਵਿੰਡੋ 에ਅਰ ਕੰਡੀਸ਼ਨਰ ਦਾ ਮੇਨ ਪਾਰਟ ਹੈ, ਮੇਨ ਪੂਰਾ ਦਾ ਪੂਰਾ ਏਸੀ ਹੈ, ਕੈਬਨਟ ਨੂੰ ਛੱਡ ਕੇ ਅਸੀਂ ਉਸ ਨੂੰ ਪੂਰੇ ਤਰੀਕੇ ਨਾਲ ਜਿਹੜਾ ਹੈ ਬਾਹਰ ਨੂੰ ਖਿੱਚ ਲਈਏ। ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਹੈ, ਜਦੋਂ ਵੀ ਤੁਸੀਂ ਕਿਸੇ ਏਸੀ ਨੂੰ ਸਰਵਿਸ ਕਰਨ ਜਾਂਦੇ ਹੋ ਜਾਂ ਏਸੀ ਦਾ ਕੰਮ ਕਰਨ ਜਾਂਦੇ ਹੋ ਤੇ ਤੁਸੀਂ ਘੱਟੋ ਘੱਟ ਵੀ 2 ਕੈਂਡੀਡੇਟ ਜ਼ਰੂਰ ਹੋਣੇ ਚਾਹੀਦੇ ਹੈ। ਏਸੀ ਕੱਢਣ ਤੋਂ ਪਹਿਲਾਂ ਜਾਂ ਗ੍ਰਿਲ ਕੱਢਣ ਤੋਂ ਪਹਿਲਾਂ ਇਸ ਚੀਜ਼ ਨੂੰ ਵੀ ਸ਼ੋਰ ਕਰ ਲੈਣਾ ਚਾਹੀਦਾ ਹੈ ਕਿ ਤੁਹਾਡੇ ਕਸਟਮਰ ਦਾ ਜਿਹੜਾ ਕਮਰਾ ਹੈ ਉੱਥੇ ਕਿਸੇ ਤਰੀਕੇ ਦਾ ਕੋਈ ਡੈਮੇਜ ਨਾ ਕੀਤਾ ਜਾਵੇ। ਤੇ ਏਸੀ ਸਰਵਿਸ ਕਰਨ ਵਾਸਤੇ ਸਾਨੂੰ ਉੱਥੇ ਬਿਲਕੁਲ ਵੀ ਸਟਾਰਟਿੰਗ ਦੇ ਵਿੱਚ ਪਹਿਲਾਂ ਏਸੀ ਨੂੰ ਪਹਿਲਾਂ ਨਹੀਂ ਅਸੀਂ ਚਲਾ ਕੇ ਦੇਖਣਾ, ਜਸਟ ਜਰਾ ਇਸ ਕਰਕੇ ਕਿ ਉੱਦਾਂ ਤੁਸੀਂ ਦੇਖ ਸਕਦੇ ਹੋ ਐਸਾ ਨਾ ਹੋਵੇ ਕਿ ਉਹਦੇ ਅੰਦਰ ਮਿੱਟੀ ਘੱਟਾ ਭਰਿਆ ਹੋਵੇ, ਧੂੜ ਭਰੀ ਹੋਵੇ, ਜਿਉਂ ਹੀ ਤੁਸੀਂ ਏਸੀ ਔਨ ਕਰੋ ਤੁਰੰਤ ਉਹ ਜਿੰਨੀ ਵੀ ਡਸਟ ਪਾਰਟੀਕਲ ਹੈ, ਮਿੱਟੀ ਹੈ, ਉਹ ਉਸ ਕਮਰੇ ਦੇ ਵਿੱਚ ਐਂਟਰ ਕਰ ਜਾਵੇ। ਸੋ ਇਹ ਚੀਜ਼ਾਂ ਨੂੰ ਵੀ ਆਪਾਂ ਨੇ ਕਾਊਂਟ ਕਰਕੇ ਸੋਚ ਕੇ ਚੱਲਣਾ। ਏਸੀ ਨੂੰ ਬਾਹਰ ਕੱਢ ਕੇ ਗ੍ਰਿਲ ਸਮੇਤ ਬਾਹਰ ਗ੍ਰਿਲ ਪਹਿਲਾਂ ਕੱਢ ਲਈ, 에ਅਰ ਫਿਲਟਰ ਕੱਢ ਲਿਆ, ਫਿਰ ਏਸੀ ਨੂੰ ਬਾਹਰ ਕੱਢ ਕੇ ਆਪਾਂ ਇੱਕ ਅੱਛੀ ਜਗ੍ਹਾ ਦੇ ਉੱਤੇ ਜਿੱਥੇ ਕਿ ਤੁਹਾਨੂੰ ਲੱਗਦਾ ਕਿ ਅਸੀਂ ਉਸ ਨੂੰ ਪਾਣੀ ਦੇ ਨਾਲ ਸਾਫ਼ ਕਰ ਸਕਦੇ ਹਾਂ ਪਹਿਲਾਂ, ਤੇ ਪਾਣੀ ਦੇ ਨਾਲ ਸਾਫ਼ ਕਰਨ ਤੋਂ ਪਹਿਲਾਂ ਅਸੀਂ ਬਲੋਅਰ ਦੇ ਨਾਲ ਓਨਲੀ ਡਰਾਈ ਬਲੋਅਰ ਡਰਾਈ 에ਅਰ ਦੇ ਨਾਲ ਅਸੀਂ ਉਸ ਨੂੰ ਪੂਰੀ ਤਰ੍ਹਾਂ ਅਸੀਂ ਉਹਨੂੰ ਸਾਫ਼ ਕਰ ਲੈਣਾ ਹੈ। ਕਾਰਨ ਕਿ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਉਸ ਦੇ ਉੱਤੇ ਪਾਣੀ ਪਾ ਦਿਓਗੇ ਤੇ ਕੂਲਿੰਗ ਕੋਇਲ ਜਾਂ ਕੰਡੈਂਸਰ ਦੇ ਵਿੱਚ ਜਿਹੜੀ ਮਿੱਟੀ ਹੈ, ਜਿਹੜੀ ਡਸਟ ਪਾਰਟੀਕਲ ਹੈ, ਉਹ ਉਹਦੇ ਵਿੱਚ ਜੰਮ ਜਾਏਗੀ। ਹਰ ਉਸ ਤੋਂ ਬਾਅਦ ਅਗਰ ਤੁਸੀਂ ਪਾਣੀ ਦੀ ਮਦਦ ਦੇ ਨਾਲ ਜਾਂ ਬਲੋਅਰ ਦੀ ਮਦਦ ਦੇ ਨਾਲ ਅਗਰ ਉਹਨੂੰ ਕੱਢਣੀ ਵੀ ਚਾਹੋਗੇ ਤੇ ਅਸੀਂ ਉਸ ਨੂੰ ਨਹੀਂ ਕੱਢ ਪਾਵਾਂਗੇ, ਅਸੀਂ ਉਸ ਨੂੰ ਰਿਮੂਵ ਨਹੀਂ ਕਰ ਪਾਵਾਂਗੇ। ਇਸ ਕਰਕੇ ਪਹਿਲੇ ਨੰਬਰ ਦੇ ਉੱਤੇ ਤੁਸੀਂ ਉਸ ਨੂੰ ਪੂਰੀ ਤਰ੍ਹਾਂ ਡਰਾਈ 에ਅਰ ਦੇ ਨਾਲ ਪੂਰੀ ਤਰ੍ਹਾਂ ਉਹ ਸਾਫ਼ ਕਰ ਲੈਣਾ ਹੈ। ਪਾਣੀ ਮਾਰਨ ਤੋਂ ਪਹਿਲਾਂ ਸਾਡਾ ਦੁਨਿਆਵੀ ਫਰਜ਼ ਬਣਦਾ ਹੈ ਕਿ ਜਿਹੜੀ ਉਹਦੀ ਬਲੋਅਰ ਮੋਟਰ ਹੈ ਜਾਂ ਇਲੈਕਟ੍ਰੀਕਲ ਜਿਹੜੇ ਵੀ ਪਾਰਟਸ ਹੈ ਉਹ ਕਿਸੇ ਪੋਲੀਥੀਨ ਲਿਫਾਫੇ ਦੇ ਨਾਲ ਜਿੱਥੇ ਕਿ ਇਸ ਤਰੀਕੇ ਨਾਲ ਰੈਪ ਕਰ ਦੇਣੇ ਹੈ ਤਾਂ ਕਿ ਸਾਡੀ ਕੋਈ ਵੀ ਪਾਣੀ ਦਾ ਜਿਹੜਾ ਕਣ ਹੈ ਉਸ ਮੋਟਰ ਦੇ ਅੰਦਰ ਨਾ ਜਾ ਸਕੇ। ਸੋ ਇਸ ਚੀਜ਼ ਨੂੰ ਆਪਾਂ ਨੇ ਡੀਪਲੀ ਲੈਣਾ ਹੈ। ਉਸ ਤੋਂ ਬਾਅਦ ਅਗਰ ਬਹੁਤ ਜ਼ਿਆਦਾ ਸਕੇਲ ਜੰਮੀ ਹੋਈ ਹੈ, ਅਗਰ ਬਹੁਤ ਜ਼ਿਆਦਾ ਉਸ ਦਾ ਜਿਹੜਾ ਕੰਡੈਂਸਰ ਹੈ ਉਹ ਜਾਮ ਹੈ, ਬਹੁਤ ਜ਼ਿਆਦਾ ਕੂਲਿੰਗ ਕੋਇਲ ਉਸ ਦਾ ਜਿਹੜਾ ਜਾਮ ਹੈ, ਤੇ ਅਸੀਂ ਬਿਲਕੁਲ ਡਿਲਿਊਟ ਅਸੀਂ HCl ਦਾ भी सहारा ले सकते हैं, CTC कार्बन टेट्राक्लोराइड का भी सहारा ले सकते हैं, जिहड़े कुछ कैमिकल है, लेकिन
उस वेले साडा ये फर्ज बनता है कि उस दे प्रति असी प्रिकॉशनस लैके कैमिकल जिहड़ा है उसका इस्तेमाल करिए, क्योंकि इसका बॉडी उत्ते साडी कोई दुष्प्रभाव ना पवे उस चीज़ की आपां ने केयर डेफिनेटली करनी है। सो एसी नूं पूरी तरह सर्विस करन तो बाद असी उसनूं सुकण वास्ते कुछ टाइम बाहर ही रहन देना है। उसनूं क्लीन क्लोथ दे मदद दे नाल पूरी तरह साफ़ करना है, ਤਾਂ ही फिर उस तो बाद असी चैक भी करना है। बाहर ही असी उसनूं चैक करना है कि क्या साडे एसी दे विच उसदी बलोर दे विच बलोर मोटर दे विच कोई आवाज़ तो नहीं, कोई होर प्रॉब्लम तो नहीं, उसदी कूलिंग दे विच क्या थल्ले तो लैके उपर तक जिहड़ी उहदी कूलिंग कोयल है वो क्या पूरी तरह कूल्ड कर रही है। ये सारिया चीज़ों नूं आपां सर्विस तो बाद भी पूरी तरह चैक करके ही ਤਾਂ ਉਸਨੂੰ ਉਸ ਕੈਬਨਿਟ ਦੇ ਵਿੱਚ ਜਿਹੜੀ ਏਸੀ ਦਾ ਜਿਹੜੀ ਬੋਡੀ ਹੈ ਉਸ ਦੇ ਵਿੱਚ ਇਨਸਰਟ ਕਰਨਾ ਹੈ ਤੇ ਗ੍ਰਿਲ ਨੂੰ ਇੰਸਟਾਲ ਕਰਨਾ ਹੈ। ਜਿਹੜਾ ਸਪਲਿਟ 에ਅਰ ਕੰਡੀਸ਼ਨਰ ਹੈ ਉਸ ਦੀ ਸਰਵਿਸ ਥੋੜੀ ਜੀ ਕੰਪੈरेटिवली ਵਿੰਡੋ 에ਅਰ ਕੰਡੀਸ਼ਨਰ ਤੋਂ ਥੋੜੀ ਅਲੱਗ ਹੈ, ਕਿਉਂਕਿ ਵਿੰਡੋ 에ਅਰ ਕੰਡੀਸ਼ਨਰ ਨੂੰ ਅਸੀਂ उसकी कैबन तो उसकी कैबिनेट तो बाहर कढ़ के किसी ग्राउंड दे विच किसी बरामदे विच ले जाके उसनूं सफाई तो कर सकते हैं, बट जिहड़ा स्प्लिट एयर कंडीशनर है वह इनडोर यूनिट जिहड़ा है, स्प्लिट मीनस विच वन इज़ डिवाइडेड इनटू 2 पार्ट्स, जिस दे विच एक इनडोर यूनिट है जिस दे विच साडी कूलिंग कोयल जिहड़ा है वो साडे उस सराउंडिंग एरिए दे विच फिट किया जाता है। दूजे पासे जिहड़ा आउटडोर यूनिट है जिस दे विच कंप्रैसर कंडेंसर मोटर जिहड़ी है वो अलग तो किसी बाहर जगह दे उत्ते इंस्टॉल की हुई रखी जाती है, जिसका जिहड़ा लिंक है कॉपर ट्यूब्स के द्वारा उसके वाल्व्स के द्वारा इनडोर यूनिट के नाल किया जाता है। उस मामले विच साडा दुनियावी फर्ज की बनता है कि जदों असी इनडोर यूनिट नूं साफ़ करना है तो साडा आले दुआले जो सराउंडिंग एरिया है जिस जगह के उत्ते एसी लग्या होया है उत्थे कोई भी उन्हां दी बैडरूम नूं ड्राइंग रूम नूं जां डाइनिंग रूम नूं कोई इस टाइप की डस्ट नाल जां कोई ऐसे पार्टिकल दे नाल डैमेज ना होवे, इसका पहला तो ही तुहानूं ध्यान रखना पएगा, क्योंकि उसका भी जिहड़ा प्लास्टिक ग्रिल पोर्शन है उसकी जिहड़ी उपरला कवर है उसनूं बहुत ही तरीके नाल सानू खोलना पएगा। एक चीज़ का इस जगह के उत्ते आप सारे नूं ध्यान देन योग है कि अज की तारीख दे विच जिन्ना भी ग्रिल सिस्टम आ रहा है जां जिन्ना भी उपरले जिहड़े कवर एसी दे आ रहे हैं वो बेसिकली प्लास्टिक लॉक के द्वारा सुजज्जत होंगे है, उन्होंने द्वारा ही लगे हुए होंगे हैं। इस करके तुहाडे द्वारा अगर कोई खिच धू करन दी कोशिश की जाए तो उस दे नाल वो जिहड़े प्लास्टिक लॉक है वो टुट सकते हैं तो उस तो बाद तुहानूं वो ईवन दैन पूरी दी पूरी ग्रिल या पूरा दा पूरा जिहड़ा प्लास्टिक कवर है वो चेंज करना पै सकता है। इस करके इस चीज़ लई प्रिकॉशन तौर दे उत्ते मैं दस देना चाहांगा कि उसी तरीके नाल खोलना है जिस तरीके नाल उसका जिहड़ा प्लास्टिक लॉक है वो ईजली बाहर आ जाए, उस दे विच ज़्यादा जोर अजमाइश करन दी ज़रूरत नहीं है। तो स्प्लिट एयर कंडीशनर दे विच कई बार जिहड़ी ड्रेन पाइप है पानी दी वो ब्लॉक कर जाती है, कई बार उसका जिहड़ा लैवल है वो इस तरीके नाल हो जाता है कि एसी का जिहड़ा पानी है वो ड्रॉप बाई ड्रॉप उस कमरे दे विच उस सराउंडिंग एरिए दे विच गिरना शुरू हो जाता है। इदां दे मामले विच साडा दुनियावी फर्ज बनता है कि अगर वो ड्रेन पाइप ब्लॉक कर गई है तो उसनूं असीं पूरे तरीके नाल साफ़ कर लईए। अगर ड्रेन जिहड़ी है जिथों पानी बन के बकायदा बाहर नूं जांदा है अगर वो ब्लॉक कर गई है तो असी उसनूं भी समूथली पानी की मदद दे नाल बलोर की मदद दे नाल असी जिहड़ा है उसनूं असी साफ़ कर सकते हैं।
ਬਰੁਸ਼ ਦੇ ਨਾਲ ਅਸੀਂ ਉਹਨੂੰ ਸਾਫ਼ ਕਰ ਸਕਦੇ ਹਾਂ ਤਾਂ ਕਿ ਕੋਈ ਵੀ ਜਿਹੜਾ ਡਸਟ ਪਾਰਟੀਕਲ ਹੈ ਉਹ ਉਸ ਦੇ ਅੰਦਰ ਜੇ ਕਿਤੇ ਰਹਿ ਜਾਏਗਾ ਤੇ ਬਾਅਦ ਵਿੱਚੋਂ ਵੀ ਉਹ ਉਸ ਨੂੰ ਬਲੌਕ ਕਰ ਸਕਦਾ ਹੈ। ਇਸ ਨੂੰ ਅਸੀਂ ਤਰੀਕੇ ਨਾਲ ਸਫਾਈ ਕਰ ਸਕਦੇ ਹਾਂ। ਉਸ ਤੋਂ ਇਲਾਵਾ ਉਸ ਦੇ ਵਿੱਚ ਜਿਹੜੀ ਬਲੋਅਰ ਮੋਟਰ ਲੱਗੀ ਹੋਈ ਹੈ, ਅਗਰ ਉਹ ਆਵਾਜ਼ ਕਰਦੀ ਹੈ ਜਾਂ ਉਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਉਸ ਦੇ ਵਿੱਚ ਅਗਰ ਬੇਅਰਿੰਗ ਸਿਸਟਮ ਹੈ ਤੇ ਅਸੀਂ ਉਸ ਨੂੰ ਗਰੀਸ ਦੇ ਸਕਦੇ ਹਾਂ। ਅਗਰ ਉਸ ਦੇ ਵਿੱਚ ਬੁਸ਼ ਸਿਸਟਮ ਹੈ ਤੇ ਉਸ ਦੇ ਵਿੱਚ ਅਸੀਂ ਬਕਾਇਦਾ ਆਇਲਿੰਗ ਜਿਹੜੀ ਹੈ ਉਸ ਦੀ ਕਰ ਸਕਦੇ ਹਾਂ। ਤੇ ਬਲੋਅਰ ਅਗਰ ਲੂਜ਼ ਹੈ, ਐਲਨ ਕੀ ਦੀ ਮਦਦ ਦੇ ਨਾਲ ਅਸੀਂ ਉਹ ਜਿਹੜਾ ਬਲੋਅਰ ਹੈ ਉਸ ਨੂੰ ਪੂਰੀ ਤਰ੍ਹਾਂ ਟਾਈਟ ਕਰ ਸਕਦੇ ਹਾਂ ਤਾਂ ਕਿ ਇਹ ਦੇਖਣਾ ਜ਼ਰੂਰੀ ਹੋਏਗਾ ਕਿ ਕਿਤੇ ਉਹਨਾਂ ਦੇ ਵਿੱਚ ਕੋਈ ਪਲੇ ਤਾਂ ਨਹੀਂ ਜਾਂ ਕਿਤੇ ਉਹ ਅੱਗੇ ਪਿੱਛੇ ਇਸ ਤਰੀਕੇ ਨਾਲ ਜਦੋਂ ਚੱਲਦੇ ਆ। ਕਈ ਵਾਰ ਕੁਝ ਯੂਨਿਟਸ ਦੇ ਵਿੱਚ ਬੜਾ ਡਿਫਰੈਂਟ ਜਿਹਾ ਫਾਲਟ ਪੈਂਦਾ ਹੈ ਕਿ ਵੈਸੇ ਅਗਰ ਤੁਸੀਂ ਉਹਨੂੰ ਰੋਟੇਟ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਆਵਾਜ਼ ਨਹੀਂ ਦੇਗਾ, ਲੇਕਿਨ ਜਦੋਂ ਉਹ ਯੂਨਿਟ ਨੂੰ ਇਲੈਕਟ੍ਰੀਕਲ ਸਪਲਾਈ ਦਿੰਦੇ ਹੋ ਤੇ ਤਾਂ ਜਿਹੜੀ ਉਹ ਬਲੋਅਰ ਹੈ ਉਹ ਆਵਾਜ਼ ਦੇਣੀ ਸ਼ੁਰੂ ਕਰ ਦਿੰਦੀ ਹੈ। ਤੇ ਇੱਦਾਂ ਦੇ ਮਾਮਲੇ ਵਿੱਚ ਸਾਨੂੰ ਉਸ ਬਲੋਅਰ ਮੋਟਰ ਦੀ ਜਿਹੜੀ ਪਲੇ ਹੈ ਉਸ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਅਗਰ ਉਸ ਦੇ ਵਿੱਚ ਵਾਸ਼ਰ ਪਾਉਣ ਦੀ ਜ਼ਰੂਰਤ ਹੈ ਉਹ ਇਸਤੇਮਾਲ ਕੀਤੀ ਜਾ ਸਕਦੀ ਹੈ, ਉਹ ਪਾਈ ਜਾ ਸਕਦੀ ਹੈ। ਅਗਰ ਉਸ ਦੀ ਅੱਗੇ ਪਿੱਛੇ ਦੀ ਪਲੇ ਹੈ, ਉੱਪਰ ਥੱਲੇ ਦੀ ਪਲੇ ਹੈ ਤੇ ਇੱਦਾਂ ਦੇ ਮਾਮਲੇ ਵਿੱਚ ਸਾਨੂੰ ਬੇਅਰਿੰਗ ਜਾਂ ਬੁਸ਼ ਜਿਸ ਟਾਈਪ ਦੀ ਵੀ ਮੋਟਰ ਉਸ ਦੇ ਵਿੱਚ ਪ੍ਰੋਵਾਈਡ ਹੈ ਉਹ ਚੇਂਜ ਕਰਨਾ ਪੈ ਸਕਦਾ ਹੈ। ਇਹ ਛੋਟੇ ਛੋਟੇ ਜਿਹੜੇ ਫਾਲਟ ਹੈ ਆਮ ਤੌਰ ਦੇ ਉੱਤੇ ਜਦੋਂ ਤੁਸੀਂ ਕਿੱਥੇ ਸਰਵਿਸ ਕਰਦੇ ਹੋ ਤੇ ਉਹ ਸਰਵਿਸ ਕਰਨ ਦੇ ਦੌਰਾਨ ਤੁਹਾਨੂੰ ਮਿਲ ਜਾਂਦੇ। ਕਈ ਵਾਰ ਬਿਲਕੁਲ ਮਾਈਨਰ ਜਿਹਾ ਫਾਲਟ ਹੋਇਆ ਹੁੰਦਾ ਹੈ ਲੇਕਿਨ ਅਸੀਂ ਉਸ ਨੂੰ ਜਸਟੀਫਾਈ ਨਹੀਂ ਕਰ ਪਾਉਂਦੇ, ਅਸੀਂ ਉਸ ਨੂੰ ਦੇਖ ਨਹੀਂ ਪਾਉਂਦੇ, ਅਸੀਂ ਉਸ ਦੇ ਬਾਰੇ ਪੂਰੀ ਨੌਲੇਜ ਨਹੀਂ ਰੱਖੀ ਹੁੰਦੀ। ਜਿਵੇਂ ਕਿ ਸਾਡੇ ਜਿਹੜੇ ਕਪੈਸਿਟਰ ਹੈ, ਸਿਲੈਕਟਰ ਸਵਿਚ ਹੈ, ਓਵਰਲੋਡ ਪ੍ਰੋਟੈਕਟਰ ਹੈ, ਥਰਮੋਸਟੈਟ ਸਵਿਚ ਹੈ, ਇਹ ਜਿੰਨੇ ਵੀ ਪੁਆਇੰਟ ਹੈ ਕਈ ਵਾਰ ਤੁਸੀਂ ਥਿੰਬਲ ਲਗਾਈ ਹੁੰਦੀ ਹੈ ਬਟ ਉਹ ਲੂਜ਼ ਹੁੰਦੀ ਹੈ। ਕਈ ਵਾਰ ਉਹਨਾਂ ਦੇ ਜਿਹੜੇ ਕੰਟੈਕਟ ਪੁਆਇੰਟ ਹੈ ਉਹਨਾਂ ਦੇ ਉੱਤੇ ਕਾਰਬਨ ਲੱਗੀ ਹੁੰਦੀ ਹੈ, ਸਕੇਲ ਜੰਮੀ ਹੁੰਦੀ ਹੈ, ਜਿਸ ਦੇ ਕਰਕੇ ਉਹ ਆਪਸ ਦੇ ਵਿੱਚ ਨਾ ਕਨੈਕਟ ਹੋਣ ਕਰਕੇ ਵੀ ਜਿਹੜੀ ਸਪਲਾਈ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਪਲਾਈ ਨਹੀਂ ਭੇਜਦੇ, ਇਸ ਕਰਕੇ ਵੀ ਉਹ ਚੱਲਦੇ ਨਹੀਂ। ਇਸੇ ਤਰੀਕੇ ਨਾਲ ਸਾਡੇ ਕੰਪਰੈਸਰ ਦੇ ਵਿੱਚ ਵੀ ਜਿਹੜਾ ਉਹਦਾ ਸਟਾਰਟਿੰਗ ਕਰੰਟ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਅਗਰ ਉਸੇ ਤਰੀਕੇ ਨਾਲ ਦੇਖਿਆ ਜਾਵੇ ਕਿ ਜੇ ਸਾਡਾ ਇੱਕ 에ਅਰ ਕੰਡੀਸ਼ਨਰ 6 ਐਂਪੀਅਰ 7 ਐਂਪੀਅਰ ਲੈਂਦਾ ਹੈ ਤੇ ਅਗਰ ਉਹਨੂੰ ਅਸੀਂ ਦੇਖਾਂਗੇ ਤਾਂ ਸਟਾਰਟਿੰਗ ਕਰੰਟ ਜਿਹੜਾ ਹੈਗਾ ਉਹ 15 ਤੋਂ 20 ਐਂਪੀਅਰ ਤੱਕ 22 ਐਂਪੀਅਰ ਤੱਕ ਜਿਹੜਾ ਹੈ ਉਹ ਲੈ ਸਕਦਾ ਹੈ। ਉਹ ਵੱਖ ਗੱਲ ਹੈ ਕਿ ਉਹ ਜਿਹੜੇ ਐਂਪੀਅਰ ਹੈ ਉਹ 2 ਜਾਂ 3 ਸੈਕਿੰਡ ਲਈ ਹੈ, ਬਟ ਉਹ 2-3 ਸੈਕਿੰਡ ਉਸ ਦੇ ਲਈ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਹੈ। ਉਸ ਦੇ ਵਿੱਚ ਉਸ ਦੀ ਵੋਲਟੇਜ ਵੀ ਪੂਰੀ ਹੋਣੀ ਚਾਹੀਦੀ ਹੈ, ਉਸ ਦੇ ਵਿੱਚ ਉਸ ਦੀ ਜਿਹੜੀ ਟਾਰਕ ਸ਼ਕਤੀ ਹੈ ਰਨਿੰਗ ਕਪੈਸਿਟਰ ਸਟਾਰਟਿੰਗ ਕਪੈਸਿਟਰ ਦੀ ਉਹ ਵੀ ਪੂਰੀ ਹੋਣੀ ਚਾਹੀਦੀ ਹੈ। ਰਿਲੇ ਦੇ ਕੰਟੈਕਟ ਪੁਆਇੰਟ ਵੀ ਬੜੇ ਸਾਫ਼ ਸੁਥਰੇ ਵਧੀਆ ਹੋਣੇ ਚਾਹੀਦੇ ਹੈ। ਉਸ ਦੇ ਵਿੱਚ ਜਿਹੜੀਆਂ ਥਿੰਬਲਾਂ ਹੈ ਉਹ ਵੀ ਪੂਰੀਆਂ ਐਕੂਰੇਟ ਲੱਗੀਆਂ ਹੋਣੀਆਂ ਚਾਹੀਦੀਆਂ, ਕਿਉਂਕਿ ਜਿਹੜਾ ਸਟਾਰਟਿੰਗ ਟਾਰਕ ਹੈ, ਸਟਾਰਟਿੰਗ ਜਿਹੜਾ ਧੱਕਾ ਹੈ ਉਹ ਆਪਣੇ ਆਪ ਦੇ ਵਿੱਚ ਬੜਾ ਜ਼ਬਰਦਸਤ ਧੱਕਾ ਹੁੰਦਾ ਹੈ ਤੇ ਉਸਨੇ ਹੀ ਉਸ ਨੂੰ ਅੱਗੇ ਮੂਵਮੈਂਟ ਦੇ ਵਿੱਚ ਲੈ ਕੇ ਜਾਣਾ ਹੈ। ਸੋ ਇਹ ਕੁਝ ਪੁਆਇੰਟ ਜਿਹੜੇ ਹੈ ਕਿ ਯੂਨਿਟ ਡਜ਼ ਨੋਟ ਰਨ ਦੇ ਨਾਲ ਜੁੜੇ ਹੋਏ ਹੈ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਜਦੋਂ ਚੈੱਕ ਕਰਦੇ ਹਾਂ ਤੇ ਸਾਨੂੰ ਕੋਈ ਵੀ ਮੋਟਰਸ ਅਰਥ ਸ਼ੋ ਨਹੀਂ ਕਰਦੀ, ਸਾਨੂੰ ਮੀਟਰ ਸ਼ੋ ਹੀ ਨਹੀਂ ਕਰਦੇ ਕਿ ਇਹ ਮੋਟਰ ਸੜ ਚੁੱਕੀ ਹੈ ਜਾਂ ਖਰਾਬ ਹੋ ਗਈ ਹੈ ਜਾਂ ਜਲ ਗਈ ਹੈ। ਤੇ ਇੱਦਾਂ ਦੇ ਮਾਮਲੇ ਵਿੱਚ ਵੀ ਸਾਨੂੰ ਥੋੜ੍ਹਾ ਡੀਪਲੀ ਸਟੱਡੀ ਕਰਨਾ ਪਏਗਾ, ਕਿਉਂਕਿ ਹੋ ਸਕਦਾ ਹੈ ਕਿ ਉਹ ਮੋਟਰ ਨਾ ਤਾਂ ਸੜੀ ਹੈ ਨਾ ਓਵਰਹੀਟ ਹੋਈ ਹੈ, ਬਲਕਿ ਉਹ ਜਾਮ ਹੋ ਚੁੱਕੀ ਹੈ, ਸਟਕ ਹੋ ਚੁੱਕੀ ਹੈ। ਇਸ ਕਰਕੇ ਉਸ ਨੂੰ ਸਟਕ ਤੋਂ ਬਚਾਉਣ ਵਾਸਤੇ, ਖੋਲ੍ਹਣ ਵਾਸਤੇ ਹੋਰ ਵੀ ਜਿਹੜੇ ਕਈ ਸਾਧਨ ਜਿਹੜੇ ਹੈ ਉਸ ਸਮੇਂ ਦੇ ਮੁਤਾਬਿਕ ਜਿਹੜੇ ਯੂਜ਼ ਕਰਨੇ ਚਾਹੀਦੇ ਹੈ। ਉਹ ਯੂਜ਼ ਕਰਨ ਤੋਂ ਬਾਅਦ ਹੀ ਸਾਨੂੰ ਕੰਪਰੈਸਰ ਵੱਲ ਉਹਨੂੰ ਕੱਟਣ ਵਾਸਤੇ ਉਹਨੂੰ ਵਿਚਾਰ ਕਰਨਾ ਪਏਗਾ, ਕਿਉਂਕਿ ਮੈਂ ਦੱਸਣਾ ਚਾਹਾਂਗਾ ਕਿ ਕੰਪਰੈਸਰ ਤੱਕ ਪਹੁੰਚਣ ਤੋਂ ਪਹਿਲਾਂ ਸਾਨੂੰ ਬਾਕੀ ਜਿੰਨੇ ਵੀ ਨੋਰਮਸ ਹੈ, ਜਿੰਨੇ ਵੀ ਸਟੈਪ ਹੈ ਉਹ ਪੂਰੀ ਤਰ੍ਹਾਂ ਦੇਖ ਲੈਣੇ ਚਾਹੀਦੇ ਹੈ, ਕਿਉਂਕਿ ਕਸਟਮਰ ਦੀ ਪੂਰੀ ਸੋਚ ਇਸ ਗੱਲ ਦੇ ਉੱਤੇ ਖੜੀ ਹੁੰਦੀ ਹੈ ਕਿ ਕੋਈ ਵੀ ਮਕੈਨਿਕ, ਕੋਈ ਵੀ ਟੈਕਨੀਸ਼ੀਅਨ ਜਿਹੜਾ ਹੈ ਉਸ ਨੂੰ ਬਿਲਕੁਲ ਐਗਜ਼ੈਕਟ ਰਿਪੋਰਟ ਦੇਵੇ।
ਗਲਤ ਰਿਪੋਰਟ ਬਿਲਕੁਲ ਨਹੀਂ ਦੇਣੀ ਚਾਹੀਦੀ। ਤਾਂ ਹੀ ਤੁਹਾਡੇ ਪ੍ਰਤੀ, ਤੁਹਾਡੇ ਕੰਮ ਦੇ ਪ੍ਰਤੀ ਜਿਹੜਾ ਹੈਗਾ ਬਾਕੀ ਸਾਰੇ ਕਸਟਮਰਸ ਦਾ, ਆਲੇ ਦੁਆਲੇ ਸੁਸਾਇਟੀ ਦਾ ਜਿਹੜਾ ਮਾਣ ਹੈ ਉਹ ਤੁਹਾਡੇ ਪ੍ਰਤੀ ਵਧੇਗਾ। ਬਾਈ ਚਾਂਸ ਉਹ ਤੁਹਾਡੇ ਰੇਟ ਸੁਣ ਕੇ, ਤੁਹਾਡੀ ਗੱਲ ਸੁਣ ਕੇ ਹੋ ਸਕਦਾ ਹੈ ਕਿ ਤੁਹਾਡੇ ਤੋਂ ਚੀਜ਼ ਠੀਕ ਨਾ ਕਰਾਵੇ, ਬਟ ਇਹ ਮੈਂ ਦੱਸ ਦੇਣਾ ਚਾਹਾਂਗਾ ਕਿ ਅਗਰ ਤੁਸੀਂ ਉਸ ਨੂੰ ਸਹੀ ਇਨਫੋਰਮੇਸ਼ਨ ਦਿੱਤੀ ਹੋਏਗੀ ਤੇ ਉਸ ਦੇ ਦੂਰਗਾਮੀ ਜਿਹੜੇ ਪਰਿਣਾਮ ਹੈ ਉਹ ਬਹੁਤ ਵਧੀਆ ਹੋਣਗੇ। ਆਉਣ ਵਾਲੇ ਸਮੇਂ ਦੇ ਵਿੱਚ ਉਸ ਕਸਟਮਰ ਦਾ ਤੁਹਾਡੇ ਪ੍ਰਤੀ ਜਿਹੜਾ ਵਿਸ਼ਵਾਸ ਹੈ ਉਹ ਹਮੇਸ਼ਾ ਬਣਿਆ ਰਹੇਗਾ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਥੋੜ੍ਹਾ ਜਿਹਾ ਆਪਾਂ ਨੇ ਇਸ ਪੁਆਇੰਟ ਦੇ ਉੱਤੇ ਆਉਣਾ ਹੈ। ਜਿਹੜੇ ਨੁਕਸ ਤੁਹਾਡੇ ਨਾਲ ਸ਼ੇਅਰ ਕੀਤੇ ਹੈ ਉਹ ਬਿਲਕੁਲ ਸਟੈਪ ਬਾਈ ਸਟੈਪ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਈ ਹੋਪ ਸੋ ਕਿ ਇਹਦੇ ਵਿੱਚੋਂ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਜ਼ਰੂਰ ਇਸ ਚੀਜ਼ ਦੀ ਟ੍ਰੇਨਿੰਗ ਜਿਹੜੀ ਹੈ ਲੈਣੀ ਅੱਛੀ ਸਮਝੋਗੇ। ਥੈਂਕ ਯੂ।